ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਆਖਰ ਆਰਐਸਐਸ ਤੋਂ ਫੋਨ ਕਿਉਂ ਆ ਰਹੇ ਹਨ? ਇਹ ਸਵਾਲ ਕਾਫੀ ਅਹਿਮ ਹੈ ਕਿਉਂਕਿ ਸਿੱਖ ਮਸਲਿਆਂ ਉੱਪਰ ਤਿੱਖੀ ਸੁਰ ਰੱਖਣ ਵਾਲਾ ਇਹ ਅਦਾਕਾਰ ਪਿਛਲੇ ਕੁਝ ਦਿਨਾਂ ਤੋਂ ਜਾਰੀ ਕਿਸਾਨ ਸੰਘਰਸ਼ ਵਿੱਚ ਬੜੀ ਸਰਗਰਮੀ ਨਾਲ ਲੱਗਾ ਹੋਇਆ ਹੈ ਅਤੇ ਇਹ ਫੋਨ ਉਸ ਨੂੰ ਇਸ ਲੀਹ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਦਾ ਹਾਕਮ ਧਿਰ ਦਾ ਪੈਂਤੜਾ ਹੈ। ਦੀਪ ਸਿੱਧੂ ਇਸ ਨੂੰ ਬਾਖੂਬੀ ਸਮਝਦਾ ਹੈ ਅਤੇ ਉਸਨੇ ਸੋਸ਼ਲ ਮੀਡੀਆ ਤੇ ਆ ਕੇ ਆਰਐਸਐਸ ਤੋਂ ਆਏ ਇਸ ਫੋਨ ਕਾਲ ਬਾਰੇ ਪੂਰੀ ਤਫਸੀਲ ਨਾਲ ਆਪਣਾ ਪੱਖ ਰੱਖਿਆ ਹੈ। ਦੀਪ ਸਿੱਧੂ ਦਾ ਕਹਿਣਾ ਹੈ ਕਿ ਇਹ ਅਹਿਮ ਨਹੀਂ ਕਿ ਮੈਨੂੰ ਆਰਐਸਐਸ ਤੋਂ ਇਹ ਫੋਨ ਕਾਲ ਆਈ, ਬਲਕਿ ਇਹ ਅਹਿਮ ਹੈ ਕਿ ਇਹ ਫੋਨ ਕਾਲ ਆਖਰ ਆਈ ਕਿਉਂ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਤਾਕਤਾਂ ਦਾ ਮਨਸੂਬਾ ਪੰਜਾਬ ਤੇ ਗਲਬੇ ਦਾ ਹੈ। ਐਮਐਸਪੀ ਤਾਂ ਬਹੁਤ ਛੋਟਾ ਮਸਲਾ ਹੈ, ਇਹਨਾਂ ਦੇ ਇਰਾਦੇ ਬਹੁਤ ਵੱਡੇ ਹਨ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ। ਹੁਣ ਇਹ ਪਰਸਨ ਟੂ ਪਰਸਨ ਇਹ ਕੋਸ਼ਿਸ਼ ਕਰ ਰਹੇ ਨੇ ਅਤੇ ਮੈਂ ਵੀ ਉਹਨਾਂ ਦੀ ਇਸ ਕੋਸ਼ਿਸ਼ ਦਾ ਇੱਕ ਹਿੱਸਾ ਹਾਂ। ਮੈਨੂੰ ਵੀ ਇਸ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਮੇਰਾ ਰੂਬਰੂ ਹੋਣਾ ਬੜਾ ਕ੍ਰਿਟੀਕਲ ਤੇ ਬੜਾ ਲਾਜ਼ਮੀ ਸੀ। ਸਭ ਤੋਂ ਵੱਡੀ ਗੱਲ ਇਹ ਇਸ ਕਰਕੇ ਜ਼ਰੂਰੀ ਸੀ, ਇਹਦੀ ਮੈਂ ਉਦਾਹਰਨ ਮੇਰੇ ਕੋਲੇ ਜਿਹੜਾ ਫੋਨ ਆਇਆ ਉਹ ਤੋਂ ਹੀ ਸ਼ੁਰੂ ਕਰਦਾ। ਗੱਲ ਆਏ ਆ ਵੀ ਇਹਨਾਂ ਨੇ ਸਿੰਗਲ ਟਾਰਗੇਟ ਕਰਨੀ ਹੈ। ਹੁਣ ਮੇਰੇ ਕੋਲੇ ਫੋਨ ਆਉਣਾ ਜਾਂ ਮੈਂ ਕੌਣ ਆ ਇਹ ਇੰਪੋਰਟੈਂਟ ਨਹੀਂ ਆ। ਮੇਰੇ ਕੋਲੇ ਫੋਨ ਕਿਉਂ ਆਉਣਾ ਇਸ ਗੱਲ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ। ਮੈਂ ਜਵਾਬ ਦੇਣ ਲੱਗਿਆ, ਜਵਾਬ ਦੇਣਾ ਬੜਾ ਜ਼ਰੂਰੀ ਸੀ ਕਿਉਂਕਿ ਕਿਤੇ ਨਾ ਕਿਤੇ ਸਾਡੇ ਅੰਦਰ ਖਦਸ਼ੇ ਖੜੇ ਕਰ ਦਿੱਤੇ ਗਏ, ਕਿਤੇ ਨਾ ਕਿਤੇ ਸ਼ੰਕਾਵਾਂ ਸਾਡੇ ਅੰਦਰ ਪਾ ਦਿੱਤੀਆਂ ਗਈਆਂ, ਸਾਡੇ ਲੋਕਾਂ ਦੇ ਅੰਦਰ ਪਾ ਦਿੱਤੀਆਂ ਗਈਆਂ। ਸੋ ਮੈਂ ਉਦਾਹਰਨ ਦੇ ਰਿਹਾ, ਮੈਨੂੰ ਫੋਨ ਕਿਉਂ ਆਇਆ। ਇਹਨਾਂ ਨੇ ਸਿੰਗਲ ਬੰਦਿਆਂ ਨੂੰ ਟਾਰਗੇਟ ਕਰਨਾ। ਕਿਵੇਂ ਟਾਰਗੇਟ ਕਰਨਾ? ਪਹਿਲਾਂ ਇਹ ਸਮਝ ਲਈਏ ਸਾਡੀ ਲੜਾਈ ਕੀ ਆ, ਕਿਉਂਕਿ ਸਾਡਾ ਦੁਸ਼ਮਣ ਕੌਣ ਆ। ਇਹ ਦੋ ਗੱਲਾਂ ਦਾ ਸਾਨੂੰ ਸਮਝ ਹੀ ਨਹੀਂ ਹੁੰਦੀ, ਅਸੀਂ ਉਹੀ ਲੱਗੇ ਪਏ ਹੁੰਦੇ ਆ। ਕਿਉਂ ਮੈਂ ਅੱਜ ਇਹ ਗੱਲ ਕਰ ਰਿਹਾ? ਜਿੱਥੇ ਅਸੀਂ ਖੜ ਗਏ ਆ ਕੇ ਦੇਖੋ, ਅੰਦੋਲਨ ਸ਼ੁਰੂ ਕਰਤਾ, ਲਾਮਬੰਦੀ ਹੋ ਗਈ ਅੰਦੋਲਨ, ਜਾਂ ਇਹ ਉਭਾਰ ਜਾਂ ਇਹ ਜਿਹੜਾ ਜਜ਼ਬਾ ਲੋਕਾਂ ਨੇ ਦਿਖਾਇਆ ਇਹ ਰੋਜ਼ ਨਹੀਂ ਹੁੰਦੇ। ਇਹਨੂੰ ਇਸ ਟਾਈਮ ਸਾਡੇ ਲਈ ਸਮਝਣਾ, ਇਸ ਟਾਈਮ ਸਾਡੀ ਦਿਸ਼ਾ ਕੀ ਹੋਣੀ ਚਾਹੀਦੀ ਹੈ, ਸਾਡੀ ਸੇਧ ਕੀ ਹੋਣੀ ਚਾਹੀਦੀ ਹੈ, ਸਾਡਾ ਪਰਸਪੈਕਟਿਵ ਕੀ ਹੋਣਾ ਚਾਹੀਦਾ। ਕਿਉਂਕਿ ਕੱਲੀ ਲਾਮਬੰਦੀ ਨੇ ਕੁਛ ਨਹੀਂ ਕਰਨਾ। ਲਾਮਬੰਦੀ ਤਾਂ ਬੜੀ ਬਾਕਮਾਲ ਹੋਈ ਹੈ, ਨੌਜਵਾਨ ਸਾਰੇ ਲਾਮਬੰਦ ਹੋ ਗਏ। ਹੁਣ ਉਹਨਾਂ ਨੇ ਕੀ ਕਰਨਾ ਜਾਂ ਸਾਡੀ ਲੜਾਈ ਜਿਹੜੀ ਧਿਰ ਨਾਲ ਆ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਕੱਲੀ ਆਰਥਿਕ ਲੜਾਈ ਨਹੀਂ ਆ, ਕੱਲੀ ਐਮਐਸਪੀ ਦਾ ਮੁੱਦਾ ਨਹੀਂ ਆ। ਜੇ ਐਮਐਸਪੀ ਦਾ ਮੁੱਦਾ ਹੁੰਦਾ ਤਾਂ ਉਹਨਾਂ ਨੇ ਇੰਨੇ ਦਬਾਅ ਹੇਠ ਆ ਕੇ ਕੋਈ ਨਾ ਕੋਈ ਅੱਜ ਤੱਕ ਸਾਨੂੰ ਸਾਡੇ ਹੱਥ 'ਚ ਰਾਹਤ ਫੜਾ ਦੇਣੀ ਸੀ। ਕੱਲੀ ਮੁੱਦਾ ਐਮਐਸਪੀ ਦਾ ਨਹੀਂ ਆ ਜਾਂ ਆਰਥਿਕ ਮੁੱਦਾ ਨਹੀਂ ਆ। ਪੰਜਾਬ ਤੇ ਇਹਨਾਂ ਨੇ ਗਲਬਾ ਪਾਉਣਾ। ਕਿਵੇਂ ਗਲਬਾ ਪਾਉਣਾ? ਇਹਨਾਂ ਨੇ ਰਾਜਸੀ ਗਲਬਾ ਵੀ ਪਾਉਣਾ, ਵਿਚਾਰਧਾਰਕ ਗਲਬਾ ਵੀ ਪਾਉਣਾ ਤੇ ਇਕਨੋਮਿਕ ਆਰਥਿਕ ਗਲਬਾ ਵੀ ਪਾਉਣਾ। ਹੁਣ ਗੱਲ ਆਏ ਆ, ਜਦੋਂ ਸਰਕਾਰ ਜਿਹੜੀ ਧਿਰ ਨਾਲ ਅਸੀਂ ਲੜ ਰਹੇ ਆ ਉਹਨਾਂ ਨੇ ਆਰਥਿਕ ਮਸਲਾ ਤਾਂ ਕਿਸਾਨੀ 'ਚ ਕਾਰਪੋਰੇਟ ਸੈਕਟਰ ਨੂੰ ਵਾੜ ਦਿਓ ਪਾਤਾ। ਵਿਚਾਰਧਾਰਕ ਮਸਲੇ ਆ ਜਿਹੜੇ ਜਾਂ ਵਿਚਾਰਧਾਰਕ ਗਲਬਾ ਉਹ ਕਿਵੇਂ ਪਾਈਦਾ ਹੁੰਦਾ? ਉਹ ਪਾਈਦਾ ਵੀ ਸਿੰਗਲ ਬੰਦਿਆਂ ਨੂੰ ਟਾਰਗੇਟ ਕਰੋ। ਮੇਰੇ ਕੋਲੇ ਫੋਨ ਆਉਣਾ ਇਹ ਥੋੜੀ ਸੀ ਵੀ ਮੈਨੂੰ ਉਹ ਐਮਐਸਪੀ ਐ ਪਲੇਟ 'ਚ ਪਰੋਸ ਕੇ ਦੇ ਦੇਣਗੇ। ਨਹੀਂ, ਮੇਰੀ ਗੱਲ ਉਹਨਾਂ ਤੱਕ ਜਾਂਦੀ ਆ, ਉਹਨਾਂ ਤੱਕ ਪਹੁੰਚਦੀ ਆ। ਕਿਉਂ ਜਾਂਦੀ ਆ? ਕਿਉਂਕਿ ਮੈਂ ਉਹਨਾਂ ਦੀ ਵਰਕਿੰਗ ਨੂੰ, ਉਹਨਾਂ ਦੇ ਸਿਸਟਮ ਨੂੰ ਬਹੁਤ ਨੇੜਿਓਂ ਦੇਖਿਆ ਹੋਇਆ। ਉਦੋਂ ਤੱਕ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਸਨੀ ਦਿਓਲ ਬਾਈ ਦਾ ਬੰਦਾ, ਪਰ ਮੈਂ ਬਹੁਤ ਨੇੜਿਓਂ ਦੇਖਿਆ ਹੋਇਆ ਤੇ ਮੇਰੀ ਕਹੀ ਗੱਲ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਇਨਸਿਕਿਉਰਿਟੀ ਆ। ਉਹਨਾਂ ਨੂੰ ਉਹਨਾਂ ਦੇ ਮਨ 'ਚ ਜਿਹੜੀ ਇੱਕ ਸੁਰੱਖਿਅਤ ਫੀਲਿੰਗ ਆ ਇਹ ਕ੍ਰੀਏਟ ਕਰ ਜਾਂਦੀ ਆ ਵੀ ਇਹ ਸਾਡੇ ਸਿਸਟਮ ਨੂੰ ਅੰਦਰੋਂ ਜਾਣਦਾ ਤੇ ਇਹ ਜਿਹੜੀ ਸਾਡੇ ਅੰਦਰ ਘਾਤ ਲਾ ਸਕਦਾ। ਕਿਉਂਕਿ ਗੱਲ ਬਹੁਤ ਜ਼ਰੂਰੀ ਆ ਇਹ ਸਮਝਣੀ। ਜਿਹੜਾ ਕੋਈ ਵੀ ਬੰਦਾ, ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਹੋਵੇ, ਸੰਘਰਸ਼ ਨਾਲ ਜੁੜਿਆ, ਸਾਨੂੰ ਬਹੁਤ ਬੋਲਡ ਰਹਿਣਾ ਪਊਗਾ। ਸਿੱਧੀਆਂ ਗੱਲਾਂ ਸਾਨੂੰ ਸੰਗਤ ਨਾਲ ਕਰਨੀਆਂ ਪੈਣੀਆਂ, ਲੋਕਾਂ ਨਾਲ ਕਰਨੀਆਂ ਪੈਣੀਆਂ, ਸਿੱਧੀਆਂ ਜਮਾਂ ਹਨ। ਤਾਂ ਮੇਰੀ ਸਿੱਧੀ ਗੱਲ ਇਹ ਆ ਵੀ ਜਿਹੜਾ ਕੋਈ ਬੰਦਾ ਕਰਾਊਡ ਨੂੰ ਅੱਜ ਦੀ ਡੇਟ 'ਚ ਮੋਬਿਲਾਈਜ਼ ਕਰ ਸਕਦਾ, ਜਿਹੜਾ ਕੋਈ ਬੰਦਾ ਯੂਥ ਨੂੰ ਮੋਬਿਲਾਈਜ਼ ਕਰ ਸਕਦਾ, ਉਸ ਬੰਦੇ ਨੂੰ ਟਾਰਗੇਟ ਕੀਤਾ ਜਾਊਗਾ, ਉਸ ਬੰਦੇ ਨੂੰ ਵਿਚਾਰਧਾਰਕ ਹਮਲੇ ਕੀਤੇ ਜਾਣਗੇ। ਮੈਨੂੰ ਜਿਹੜਾ ਫੋਨ ਆਇਆ, ਮੇਰੇ ਨਾਲ ਗੱਲ ਕੀ ਹੋਣੀ ਸੀ ਵੀ ਆ ਜਾਓ ਬੈਠ ਕੇ ਗੱਲ ਕਰਦੇ ਆ। ਮੈਨੂੰ ਕੱਲਾ ਬੰਦਾ ਪੰਜਾਬ 'ਚ ਰੋਕ ਕੇ ਕਹਿੰਦਾ ਵੇਖੀ ਬਾਈ ਕਿਤੇ ਗਦਾਰੀ ਨਾ ਕਰ ਜੀ, ਵੇਖੀ ਕਿਤੇ ਗਦਾਰੀ ਨਾ ਕਰ ਜੀ, ਮੁੜ ਕੇ ਅਸੀਂ ਵਿਸ਼ਵਾਸ ਨਹੀਂ ਕਰਨਾ ਕਿਸੇ ਤੇ। ਹੁਣ ਉਹਨਾਂ ਜਜ਼ਬਾਤਾਂ ਹੇਠ ਆ ਕੇ ਮੈਂ ਤੁਹਾਡੇ ਕੋਲੇ ਆ ਕੇ ਇੱਕ ਗੱਲ ਦੱਸੀ ਵੀ ਮੈਨੂੰ ਫੋਨ ਆਇਆ ਜੀ, ਮੈਨੂੰ ਆਪਦੀ ਧਰਤੀ ਦੀ, ਆਪਦੀ ਮਿੱਟੀ ਦੀ ਸਹੁੰ ਜੇ ਮੈਂ ਹੁਣ ਹਿੱਲ ਜਾ।
ਇਹ ਨਾ ਸਮਝਿਓ ਵੀ ਇਕੱਲੇ ਮੇਰੇ ਕੋਲੇ ਫੋਨ ਆਇਆ, ਹੁਣ ਹੋਰਨਾਂ ਨੂੰ ਵੀ ਆਏ ਹੋਣਗੇ। ਔਰ ਗੱਲ ਇਹ ਨਹੀਂ ਆ ਜਿਹੜਾ ਮੇਰਾ ਫੋਨ ਗਵਾਚਿਆ ਉਹਦਾ ਫੋਨ ਗਵਾਚਿਆ ਮਿੱਤਰੋ, ਨਵਾਂ ਫੋਨ ਸੀ, ਨਵਾਂ ਸਿਮ ਸੀ, ਪਰ ਜਿਹੜਾ ਮੇਰਾ ਇਹਨਾਂ ਕੋਲੇ ਨੰਬਰ ਆ ਉਹ ਵੀ ਮੇਰੇ ਕੋਲੇ ਆ ਤੇ ਫੋਨ ਵੀ ਮੇਰੇ ਕੋਲੇ ਆ। ਇਹੀ ਫੋਨ ਵੱਜਦਾ, ਇਹੀ ਇਹ ਵਜਾਉਂਦੇ ਆ। ਇਹਨਾਂ ਨੇ ਵਿਚਾਰਧਾਰਕ ਸਾਡੇ ਤੇ ਹਮਲੇ ਕਰਨੇ ਆ, ਇਹਨਾਂ ਨੇ ਆਰਥਿਕ ਹਮਲੇ ਕਰਨੇ ਆ, ਇਹਨਾਂ ਨੇ ਰਾਜਸੀ ਹਮਲੇ ਕਰਨੇ ਆ। ਜਦੋਂ ਕੋਈ ਸੰਘਰਸ਼ ਲੜਨਾ ਸਾਨੂੰ ਬਹੁਤ ਜ਼ਰੂਰੀ ਆ ਇਹ ਸਮਝਣਾ ਵੀ ਕੱਲੀ ਲਾਮਬੰਦੀ ਨਾਲ ਕੁਝ ਨਹੀਂ ਬਣਦਾ। ਇਸ ਤੋਂ ਬਾਅਦ ਜਿੱਥੇ ਹੁਣ ਖੜੇ ਆ ਗਾਂ ਸੇਧ ਲੜਨਾ ਕਿਵੇਂ ਆ, ਕਿਹੜੇ ਕਿਹੜੇ ਮੋਰਚਿਆਂ ਤੇ ਲੜਨਾ। ਇੱਕ ਐਲਾਨ ਮੈਂ ਕਰਦਾ, ਸ਼ੰਭੂ ਬੈਠ ਕੇ ਲੜਾਂਗੇ, ਅੰਦੋਲਨ ਜਾਰੀ ਰੱਖਾਂਗੇ, ਦਿੱਲੀ ਨੂੰ ਘੇਰਾਂਗੇ। ਕਿਵੇਂ ਘੇਰਾਂਗੇ ਇਹ ਬਹੁਤ ਜ਼ਰੂਰੀ ਆ। ਸਾਨੂੰ ਹੋਰ ਸਟੇਟਾਂ ਨੂੰ, ਹੋਰ ਸੂਬਿਆਂ ਨੂੰ ਲਾਮਬੰਦ ਕਰਕੇ ਦਿੱਲੀ ਨੂੰ ਘੇਰਨਾ ਪਊਗਾ। ਅਦਰਵਾਈਜ਼ ਜੇ ਅਸੀਂ ਕਹੀਏ ਵੀ ਚੱਲ ਪਈਏ ਦਿੱਲੀ ਨੂੰ ਜਾਂ ਸਾਡੇ ਬੰਦਿਆਂ ਨੂੰ ਵੀ ਨਾਲ ਨਾ ਲਈਏ, ਇਹ ਗੱਲ ਨਹੀਂ ਬਣਨੀ। ਇੱਕ ਗੱਲ ਸਮਝਣੀ ਬੜੀ ਜ਼ਰੂਰੀ ਆ ਸਾਡੇ ਲਈ, ਜਿਹੜੀ ਧਿਰ ਨਾਲ ਲੜ ਰਹੇ ਆ ਉਹ ਸਾਡੇ ਤੇ ਆਪਦਾ ਵਿਚਾਰਧਾਰਕ ਸਾਡੇ ਫਲਸਫੇ ਨੂੰ, ਜੇ ਮੈਂ ਕਹਿੰਦਾ ਹੋਂਦ ਦੀ ਲੜਾਈ ਆ ਤਾਂ ਹੋਂਦ ਖਤਮ ਕਿਵੇਂ ਕਰੀਦੀ ਆ, ਇਹਨਾਂ ਦੇ ਫਲਸਫੇ ਨੂੰ ਮਾਰੋ, ਇਹਨਾਂ ਦੀ ਬੋਲੀ ਨੂੰ ਮਾਰੋ, ਇਹਨਾਂ ਦੇ ਇਤਿਹਾਸ ਨੂੰ ਮਾਰੋ, ਇਹਨਾਂ ਦੀ ਆਰਥਿਕ ਤੌਰ ਤੇ ਇਹਨਾਂ ਨੂੰ ਇੰਨਾ ਕਮਜ਼ੋਰ ਕਰ ਦਿਓ ਵੀ ਇਹ ਉੱਠਣ ਜੋਗੇ ਨਾ ਰਹਿਣ। ਹੁਣ ਅਸੀਂ ਆਪਸ 'ਚ ਸ਼ੰਕੇ ਨਹੀਂ ਪੈਦਾ ਕਰਨੇ ਵੀ ਕਿਹਨੂੰ ਫੋਨ ਆਉਂਦਾ, ਕੀ ਆਉਂਦਾ। ਸੰਗਤ ਸਾਹਮਣੇ ਆ ਕੇ, ਲੋਕਾਂ ਸਾਹਮਣੇ ਆ ਕੇ ਸਹੀ ਤੇ ਸਪਸ਼ਟ ਗੱਲਾਂ ਰੱਖੋ। ਆਪਸ 'ਚ ਸਪਸ਼ਟਤਾ ਸਾਨੂੰ ਰੱਖਣੀ ਬਹੁਤ ਜ਼ਰੂਰੀ ਆ। ਮੈਂ ਮਿੰਟ ਤੋਂ ਆ ਕੇ ਗੱਲ ਇਸ ਕਰਕੇ ਕਰਦਾ ਵੀ ਹੁਣ ਨਾ ਕਿਤੇ ਨਿਖੜ ਜਿਓ ਮਿੱਤਰੋ। ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ। ਕਾਨੂੰਨੀ ਲੜਾਈ ਇਸ ਕਰਕੇ ਜ਼ਰੂਰੀ ਆ ਕਿਉਂਕਿ ਕੁਛ ਨਹੀਂ ਪਤਾ, ਸਾਨੂੰ ਪਤਾ ਸਾਨੂੰ ਨਿਆਂ ਨਹੀਂ ਮਿਲਣਾ, ਪਰ ਫਿਰ ਵੀ ਲੜਨੀ ਜ਼ਰੂਰੀ ਆ ਕਿਉਂਕਿ ਕੁਛ ਨਹੀਂ ਪਤਾ। ਕਈ ਵਾਰੀ ਕੋਈ ਨੇਕ ਰੂਹ, ਨੇਕ ਜੱਜ ਬੈਠਾ ਹੁੰਦਾ, ਮਾੜਾ ਮੋਟਾ ਸਾਨੂੰ ਆਪਦਾ ਸਾਨੂੰ ਨਿਆਂ ਦੇ ਜਾਂਦਾ। ਕੱਲੀ MSP ਦੀ ਖੁਰਾਕ ਨਹੀਂ ਮੰਗਣ ਗਏ, ਅਸੀਂ ਆਪਦੇ ਹੱਕ ਮੰਗਣ ਗਏ ਆ ਦਿੱਲੀ ਤੋਂ। ਇਸ ਲਈ ਲਾਮਬੰਦੀ ਇਕੱਲੇ ਪੰਜਾਬ 'ਚ ਨਹੀਂ, ਲਾਮਬੰਦੀ ਸਾਰੇ ਸੂਬਿਆਂ 'ਚ ਹੋਊਗੀ। ਅੰਦੋਲਨ ਜਾਰੀ ਰਹੂਗਾ, ਸ਼ੰਭੂ ਤੋਂ ਮੰਗਾਰਾਂਗੇ। ਸੋ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ, ਇਹ ਗੱਲ ਇਸ ਕਰਕੇ ਮੈਂ ਕਰ ਰਿਹਾ, ਇਸ ਟਾਈਮ ਸਾਨੂੰ ਬੜਾ ਸੋਚ ਸਮਝ ਕੇ ਤੇ ਬੜੇ ਧਿਆਨ ਨਾਲ ਚੱਲਣ ਦੀ ਜ਼ਰੂਰਤ ਤਾਂ ਹੈ ਹੀ ਹੈ। ਨਾਲ ਸਾਡੀ ਜਿਹੜੀ ਇੱਕ ਐਗਰੈਸ਼ਨ ਆ, ਇੱਕ ਕੰਟਰੋਲਡ ਐਗਰੈਸ਼ਨ ਸਾਡੇ 'ਚ ਹੋਣਾ ਚਾਹੀਦਾ। ਜ਼ਿਕਰ ਖਾਸ ਹੈ ਕਿ ਦੀਪ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਗੰਭੀਰ ਸਿੱਖ ਮਸਲਿਆਂ ਤੇ ਆਪਣੀ ਰਾਏ ਰੱਖ ਰਹੇ ਸਨ। ਸੋਸ਼ਲ ਮੀਡੀਆ ਤੇ ਆਪਣੀ ਬੇਬਾਕ ਰਾਏ ਰੱਖ ਰਹੇ ਦੀਪ ਸਿੱਧੂ ਜਾਰੀ ਕਿਸਾਨ ਅੰਦੋਲਨ ਵਿੱਚ ਪੂਰੀ ਸਰਗਰਮੀ ਨਾਲ ਕੁੱਦੇ ਹਨ ਅਤੇ ਬੜੀ ਗੰਭੀਰਤਾ ਨਾਲ ਉਹ ਸਟੇਟ ਦੀ ਹਰ ਹਰਕਤ ਤੇ ਚਾਲ ਦੇ ਪਾਜ ਉਧੇੜ ਰਹੇ ਹਨ ਅਤੇ ਇਸ ਪਿਛਲੇ ਮਨਸੂਬਿਆਂ ਨੂੰ ਇਹ ਅਦਾਕਾਰ ਬਾਖੂਬੀ ਪੜ ਰਿਹਾ ਹੈ। ਮੈਂ ਜਜ਼ਬਾਤੀ ਬੰਦਾ, ਕਈ ਵਾਰੀ ਜਜ਼ਬਾਤਾਂ 'ਚ ਆ ਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਜਾਂਦਾ, ਪਰ ਸ਼ੰਕੇ ਨਾ ਪੈਦਾ ਕੀਤੇ ਜਾਣ, ਲੱਤਾਂ ਨਾ ਖਿੱਚੀਆਂ ਜਾਣ, ਇਹ ਬਹੁਤ ਜ਼ਰੂਰੀ ਆ। ਸੋ ਇਸ ਕਰਕੇ 2-3 ਗੱਲਾਂ ਬੜੀਆਂ ਜ਼ਰੂਰੀ ਆ। ਲੜ ਕਿਹਦੇ ਨਾਲ ਰਹੇ ਆ ਤੇ ਅਸੀਂ ਕੌਣ ਆ ਤੇ ਲੜਾਈ ਕਿਵੇਂ ਲੜੀ ਜਾਊਗੀ। ਲੜਾਈ ਪਹਿਲਾਂ ਲੜੀ ਜਾਊਗੀ ਫਿਰ ਜਿੱਤੀ ਜਾਊਗੀ, ਪਹਿਲਾਂ ਬਿਆਨ ਸਟ੍ਰੈਟਜੀ ਬਣਾਈ ਜਾਊਗੀ ਫਿਰ ਜਿੱਤੀ ਜਾਊਗੀ। ਸੋ ਯਾਦ ਰੱਖਿਓ, ਜਿਹੜੀ ਮੈਂ ਗੱਲ ਕਰਨੀ ਸੀ, ਸਿੰਗਲ ਜਾਂ ਇੰਡੀਵਿਜੂਅਲਸ ਨੂੰ ਟਾਰਗੇਟ ਕਰਨਗੇ ਇਹ। ਮੇਰੇ ਕੋਲੇ ਜੇ ਫੋਨ ਆਇਆ ਤਾਂ ਹੋਰਨਾਂ ਨੂੰ ਵੀ ਆਏ ਹੋਣਗੇ, ਹੋਰ ਵੀ ਕਿਤੇ ਅਪਰੋਚ ਹੋਏ ਹੋਣਗੇ। ਇਸ ਵੇਲੇ ਰਾਜਨੀਤੀ ਇੱਥੇ ਖੜ ਗਈ ਆ, ਰਾਜਨੀਤੀ ਚੇਤਨਾ ਵੀ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਉਹਨਾਂ ਦੇ ਪੱਲੇ ਕੁਛ ਨਹੀਂ ਆ, ਉਹਨਾਂ ਨੇ ਸਾਨੂੰ ਕੁਛ ਨਹੀਂ ਦਿੱਤਾ। ਲੋਕ ਤੋਂ ਅੱਕ ਚੁੱਕੇ ਆ। ਹੁਣ ਸੈਂਟਰ ਕੀ ਸਮਝ ਰਿਹਾ? ਸੈਂਟਰ ਇਹ ਸਮਝ ਰਿਹਾ ਵੀ ਇਹਨੂੰ ਕੰਟਰੋਲ ਕਿਵੇਂ ਕਰੀਏ। ਸਾਡੇ ਤੇ ਐਮਰਜੈਂਸੀ ਵੀ ਇਨਵੋਕ ਕਰ ਸਕਦੇ ਆ, ਪੰਜਾਬ 'ਚ ਐਮਰਜੈਂਸੀ ਵੀ ਲਾ ਸਕਦੇ ਜਿਵੇਂ ਕਸ਼ਮੀਰ 'ਚ ਲਾਈ ਸੀ। ਸੋ ਪੋਲੀਟੀਕਲੀ ਵੀ ਸਾਨੂੰ ਅਵੇਅਰ ਰਹਿਣਾ ਪਊਗਾ, ਉਹਨਾਂ ਸਾਰੀਆਂ ਚੀਜ਼ਾਂ ਨੂੰ, ਉਹਨਾਂ ਸਾਰੀਆਂ ਆਊਟਕਮਸ ਨੂੰ ਸੋਚਣਾ ਪਊਗਾ ਵੀ ਕੀ ਕੀਤਾ ਜਾ ਸਕਦਾ। ਅਸੀਂ ਲਾਮਬੰਦ ਕਿਵੇਂ ਕਰਨਾ, ਅੰਦੋਲਨ ਨੂੰ ਗਾਂ, ਇਸ ਸੰਘਰਸ਼ ਨੂੰ, ਇਸ ਜੰਗ ਨੂੰ ਗਾਂ ਕਿਵੇਂ ਵਧਾਉਣਾ, ਕਿਉਂਕਿ ਇਹ ਜਿਹੜੀ ਸੰਘਰਸ਼ ਦੀ ਆਊਟਕਮ ਹੋਊਗੀ, ਜੇ ਕਿਤੇ ਹਿੱਲ ਗਏ ਮਿੱਤਰੋ ਤਾਂ ਐਡੀ ਜ਼ਿਆਦਾ ਹਉਮੈ ਵੱਧ ਜਾਊਗੀ ਸਾਡੀ ਹੁਕਮਰਾਨ ਧਿਰ ਦੀ, ਮੁੜ ਕੇ ਉਹਨਾਂ ਨੇ ਲੋਟ ਨਹੀਂ ਆਉਣਾ। ਤੇ ਜੇ ਅਸੀਂ ਕੁਝ ਲੈ ਡਿੱਗੇ ਖਿੱਤੇ ਦੀ, ਜਿਹੜੀ ਇੱਕ ਇਸ ਖਿੱਤੇ ਦੀ, ਇਸ ਖੇਤਰ ਦੀ, ਇਸ ਦੇਸ਼ ਦੀ ਜਿਹੜੀ ਜੀਓਪੋਲਿਟਿਕਸ ਆ ਉਹਦੇ ਤੇ ਇਫੈਕਟ ਪਊਗਾ। ਸੋ ਬਹੁਤ ਵੱਡੀ ਸਾਡੇ ਤੇ ਜ਼ਿੰਮੇਵਾਰੀ ਆ, ਬਹੁਤ ਵੱਡਾ ਸੰਘਰਸ਼ ਆ। ਇਹਨੂੰ ਸਮਝ ਕੇ ਤੇ ਲਾਮਬੰਦ ਹੋ ਕੇ ਤੇ ਏਕਾ ਤੇ ਬਿਨਾਂ ਕਿਸੇ ਤੋਂ ਸ਼ੱਕਾਂ ਦੇ ਘੇਰਿਆਂ 'ਚ ਆਏ ਹੋਏ, ਮੈਂ ਤਾਂ ਸਹੀ ਦੱਸੀ ਜਾਂਦਾ ਤੁਹਾਨੂੰ। ਲੈ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਰੋਕ ਕੇ ਕੱਲਾ ਬੰਦਾ ਇਹ ਕਹਿੰਦਾ ਕਿਤੇ ਹੁਣ ਨਾ ਹਿੱਲ ਜੀ, ਹੁਣ ਨਾ ਹਿੱਲ ਜੀ, ਮੁੜ ਕੇ ਨਹੀਂ ਅਸੀਂ ਵਿਸ਼ਵਾਸ ਕਰਨਾ, ਮੁੜ ਕੇ ਨਹੀਂ ਅਸੀਂ ਵਿਸ਼ਵਾਸ ਕਰਨਾ। ਸੋ ਬਾਈ ਜੀ
ਕਿੱਡੀ ਵੱਡੀ ਤੁਸੀਂ ਜ਼ਿੰਮੇਵਾਰੀ ਸੌਂਪੀ ਜਾਂਦੇ ਹੋ। ਗੱਲ ਇਹ ਨਹੀਂ ਆ ਵੀ ਮੇਰੇ ਤੇ ਜ਼ਿੰਮੇਵਾਰੀ ਆ, ਮੈਂ ਵੀ ਜਜ਼ਬਾਤੀ ਆ। ਮੈਨੂੰ ਐਂ ਲੱਗਦਾ ਯਾਰ ਲੈ ਵੀ ਮਿੱਤਰਾ ਮੈਨੂੰ ਜੇ ਕਿਸੇ ਨੇ ਅਪਰੋਚ ਕੀਤਾ ਆ ਪਈ ਆ ਗੱਲ ਲੋਕਾਂ ਦੇ ਸਾਹਮਣੇ। ਸੋ ਇਹਨਾਂ ਗੱਲਾਂ 'ਚ ਕੁਛ ਨਹੀਂ ਰੱਖਿਆ ਵੀ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਈਏ। ਸਾਨੂੰ ਇਸ ਟਾਈਮ ਮੇਰੇ ਨਾਲ ਖੜ ਜਾਓ, ਤੁਹਾਡੇ ਮੂਹਰੇ ਰਹੂੰਗਾ। ਮੈਂ ਕਿਹੜਾ ਇਲੈਕਸ਼ਨ ਲੜਨੀ ਆ, ਜਿਹੜੀ ਮਰਜ਼ੀ ਡਾਂਗ ਆ ਜੇ, ਜਿਹੜੀ ਮਰਜ਼ੀ ਗੋਲੀ ਆ ਜੇ, ਮੂਹਰੇ ਰਹਾਂਗੇ। ਸਾਡੇ ਸਾਰੇ ਜਿਹੜੇ ਬੰਦੇ ਆ ਐਨ ਜਮਾਂ ਜਿਵੇਂ ਕਹਿੰਦੇ ਹੁੰਦੇ ਆ ਯਾਰੀ ਜੱਟ ਦੀ ਤੂਤ ਦਾ ਮੋਸ਼ਾ, ਉਹ ਜਮਾਂ ਤੂਤ ਦੇ ਮੋਸ਼ੇ ਵਰਗੀਆਂ ਜਾ ਰਹੀਆਂ ਪੰਜਾਬ ਨਾਲ ਸਾਰਿਆਂ ਦੀਆਂ। ਸੋ ਇਸ ਕਰਕੇ ਮੇਰਾ ਇੱਕ ਵਾਰੀ ਫੇਰ ਤੁਹਾਨੂੰ ਅਰਦਾਸ ਆ ਤੇ ਸਾਰਿਆਂ ਨੇ ਇਕੱਠੇ ਰਹਿਣਾ, ਲੱਤਾਂ ਨਹੀਂ ਖਿੱਚਣੀਆਂ। ਸਾਡੇ 'ਚ ਬਹੁਤ ਇਹ ਜਿਹੜੀ ਟਰੋਲ ਆਰਮੀ ਹੈ ਇਹਨਾਂ ਦੀ ਉਹ ਗੱਲਾਂ ਵਾੜੂਗੀ, ਸਾਡੇ ਸ਼ੱਕਾਂ ਦੇ ਘੇਰਿਆਂ 'ਚ ਸਾਨੂੰ ਲਿਜਾਊਗੀ। ਪਰ ਤੁਸੀਂ ਜਦੋਂ ਮਰਜ਼ੀ ਜਿਹੜਾ ਮਰਜ਼ੀ ਸਵਾਲ ਪੁੱਛ ਸਕਦੇ ਹੋ, ਜਿਹੜਾ ਮਰਜ਼ੀ ਜਵਾਬ ਮੰਗ ਸਕਦੇ ਹੋ, ਮੈਂ ਜਵਾਬ ਦੇ ਆ। ਜਿਹੜਾ ਮਰਜ਼ੀ ਸਾਡਾ ਬੰਦਾ ਇਸ ਸੰਘਰਸ਼ 'ਚ ਲੜ ਰਿਹਾ ਹੋ ਜਵਾਬ ਦੇ ਆ। ਤੁਹਾਡਾ ਜਜ਼ਬਾ ਉਹਨੂੰ ਮੈਂ ਸਿਜਦਾ ਕਰਦਾ, ਇਹਨੂੰ ਬਣਾਈ ਰੱਖਿਓ, ਜਜ਼ਬੇ ਨੂੰ ਅੰਦਰ ਪਾਲੀ ਰੱਖਿਓ। ਬਹੁਤ ਜਲਦੀ ਅਗਲੀ ਜਿਹੜੀ ਅਨਾਉਂਸਮੈਂਟ ਆ ਕਿੱਥੇ ਅੰਦੋਲਨ ਲੜਨਾ ਉਹ ਦੇਵਾਂਗੇ। ਮੋਸਟਲੀ ਸ਼ੰਭੂ ਹੀ ਹੋਊਗਾ, ਪਰ ਫਿਰ ਵੀ ਇੱਕ ਵਾਰੀ ਜਿਵੇਂ ਮੈਂ ਕਿਹਾ ਇਹ ਵੀ ਸੰਗਤ ਹੀ ਫੈਸਲਾ ਲਊਗੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ। सत श्रीकाल जी, मेरा नाम गुरजीत सिंह है and we are located in Khan Market, Delhi. We are a high-end electronic gadget store with IT and surveillance. We have a team of 35 dedicated people and we are authorized for more than 60 international brands which includes Nespresso, Dyson, Devyale, Bose, Apple, Blue Air, Honeywell, to name few of our customers. Big corporate houses, business people, ਇੰਡਸਟਰੀਲਿਸਟ, ਪੋਲੀਟੀਸ਼ੀਅਨਸ, ਦੇ ਆਰ ਆਲ ਆਵਰ ਕਸਟਮਰਸ। ਸਾਡੇ ਕੋਲ 5000 ਤੋਂ ਜ਼ਿਆਦਾ ਸੈਟੀਸਫਾਈਡ ਕਸਟਮਰਸ ਹੈਗੇ ਨੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਮੈਂ ਔਰ ਮੇਰੀ ਟੀਮ ਇਹਨਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਇੰਡੀਆ ਦੇ ਅੰਦਰ ਬੈਸਟ ਟੂ ਬੈਸਟ ਪ੍ਰੋਡਕਟਸ ਔਰ ਬੈਸਟ ਟੂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।